ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆਂ ਖਾਤ। ਪੜ੍ਹੀਆਂ ਜੇਤੇ ਬਰਸ ਬਰਸ, ਪੜ੍ਹੀਆਂ ਜੇਤੇ ਮਾਸ, ਪੜ੍ਹੀਐ ਜੇਤੀ ਆਰਜਾ, ਪੜ੍ਹੀਆਂ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹੋਮੈ ਝਖਣਾ ਝਾਖ। ਨਾਨਕ ਲੇਖੈ ਇੱਕ ਗੱਲ, ਹੋਰ ਹੋਮੈ ਝਖਣਾ ਝਾਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਅੱਜ ਕੱਲ੍ਹ ਲੜੀਵਾਰ ਆਸਾ ਕੀ ਵਾਰ ਦੀ ਕਥਾ ਸਰਵਣ ਕਰਦੇ ਆ ਰਹੇ ਹੋ। ਅੱਜ ਅਸੀਂ ਨੰਬਰ 9 ਦੀ ਪੌੜੀ ਦਾ ਜੋ ਪਹਿਲਾ ਸ਼ਲੋਕ ਹੈ, ਉਸ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਦੇ ਇਸ ਅੰਮ੍ਰਿਤ ਬਚਨ ਵਿੱਚ ਸਮਝਾਉਂਦੇ ਹਨ ਕਿ ਸਿਰਫ ਉਸ ਪਰਮਾਤਮਾ ਦੀ ਵਿਆਖਿਆ ਕੀਤਿਆਂ ਪਰਮਾਤਮਾ ਨਹੀਂ ਮਿਲਦਾ। ਸਿਰਫ ਪਰਮਾਤਮਾ ਦੀ ਵਿਆਖਿਆ ਕੀਤਿਆਂ ਪਰਮਾਤਮਾ ਨਹੀਂ ਮਿਲਦਾ। ਇਸ ਭਾਵ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਾਸਤੇ ਅਸੀਂ ਭਗਤ ਕਬੀਰ ਜੀ ਦਾ ਇੱਕ ਬਚਨ ਲਵਾਂਗੇ, ਕਿਉਂਕਿ ਭਗਤ ਕਬੀਰ ਜੀ ਕਾਂਸ਼ੀ ਦੇ ਰਹਿਣ ਵਾਲੇ ਸਨ। ਕਾਂਸ਼ੀ ਵਿਦਵਾਨ ਪੰਡਤਾਂ ਦਾ ਗੜ੍ਹ ਸੀ। ਵੇਦਾਂ ਸ਼ਾਸਤਰਾਂ ਦੇ ਗਿਆਤਾ ਪੰਡਤਾਂ ਨਾਲ ਭਗਤ ਜੀ ਦਾ ਵਾਹ ਪੈਂਦਾ ਹੀ ਰਹਿੰਦਾ ਸੀ। ਤੇ ਉਹਨਾਂ ਵਿਦਵਾਨ ਪੰਡਤਾਂ ਨੂੰ ਬੜਾ ਹੰਕਾਰ ਸੀ ਕਿ ਅਸੀਂ ਪੜ੍ਹੇ ਹੋਏ ਹਾਂ, ਸਾਨੂੰ ਚਾਰ ਚਾਰ ਵੇਦ ਮੂੰਹ ਜ਼ਬਾਨੀ ਚੇਤੇ ਨੇ। ਤੇ ਭਗਤ ਕਬੀਰ ਜੀ ਜਿਹੜੇ ਕਿ ਨਾਮ ਦੇ ਰਸੀਏ ਸੀ, ਜਿਹੜੇ ਕਿ ਤੱਤ ਨੂੰ ਸਮਝਣ ਵਾਲੇ ਸੀ, ਜਿਹੜੇ ਕਿ ਅਸਲੀਅਤ ਨੂੰ ਜਾਣ ਚੁੱਕੇ ਸੀ, ਜਿਹੜੇ ਇਸ ਅਖਰੀ ਗਿਆਨ ਤੋਂ ਬਚੇ ਹੋਏ ਸੀ। ਤੇ ਜਦੋਂ ਉਹਨਾਂ ਨੂੰ ਪੜ੍ਹੇ ਹੋਏ ਵਿਦਵਾਨ ਪੰਡਤ ਆਣ ਕੇ ਕਹਿੰਦੇ ਸੀ, ਅਸੀਂ ਕਈ ਗ੍ਰੰਥ ਪੜ੍ਹੇ ਹੋਏ ਨੇ, ਅਸੀਂ ਕਈ ਗ੍ਰੰਥ ਵਿਚਾਰੇ ਹੋਏ ਨੇ, ਸੁਣੇ ਹੋਏ ਨੇ, ਤਾਂ ਭਗਤ ਜੀ ਉਹਨਾਂ ਨੂੰ ਹੁਣ ਸਮਝਾਉਂਦੇ ਨੇ। ਕਹਿੰਦੇ ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ। ਇਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ, ਵਿਚਾਰਨ ਦਾ, ਸੁਣਨ ਦਾ ਕੀ ਲਾਭ ਹੈ? ਸਿੱਧੇ ਸ਼ਬਦਾਂ ਵਿੱਚ ਕਹਾਂ, ਇਹਨਾਂ ਧਾਰਮਿਕ ਗ੍ਰੰਥਾਂ ਨਾਲ ਮੱਥਾ ਮਾਰਨ ਦਾ ਕੀ ਫਾਇਦਾ? ਪੜ੍ਹੇ ਸੁਣੇ ਕਿਆ ਹੋਈ? ਇਹਨਾਂ ਨਾਲ ਮੱਥਾ ਮਾਰਨ ਦਾ ਕੀ ਫਾਇਦਾ? ਇਹਨਾਂ ਨਾਲ ਮਗਜ ਖਪਾਈ ਕਰਨ ਦਾ ਕੀ ਫਾਇਦਾ? ਕਿਉਂ? ਜੋ ਸਹਿਜ ਨਾ ਮਿਲੇ ਉਸ ਹੋਈ। ਜਿੰਨਾ ਚਿਰ ਤੁਹਾਡੇ ਅੰਦਰ ਸਹਿਜ ਨਹੀਂ ਆਇਆ, ਜਿੰਨਾ ਚਿਰ ਤੁਹਾਡੇ ਅੰਦਰ ਟਿਕਾਓ ਨਹੀਂ ਆਇਆ, ਤੁਸੀਂ ਹੰਕਾਰ ਤੋਂ ਮੁਕਤੀ ਨਹੀਂ ਪਾ ਸਕੇ। ਤੇ ਕਬੀਰ ਜੀ ਕਹਿੰਦੇ ਨੇ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚ ਹੈ ਬਾਰੰਬਾਰ। ਹੇ ਮੂਰਖ, ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ? ਤੂੰ ਰੱਬੀ ਗੁਣਾਂ ਨੂੰ ਕਿਉਂ ਨਹੀਂ ਜੀਵਨ ਵਿੱਚ ਧਾਰਨ ਕਰਦਾ? ਤੂੰ ਕਿਉਂ ਬਾਰ-ਬਾਰ ਸੋਚਾਂ ਵਿੱਚ ਪਿਆ ਹੋਇਆ? ਕਬੀਰ ਜੀ ਕਹਿੰਦੇ ਨੇ, ਜੇ ਹਨੇਰਾ ਹੋਵੇ ਤੇ ਹਨੇਰੇ ਵਿੱਚ ਬੈਠ ਕੇ ਪ੍ਰਕਾਸ਼ ਦੀ ਵਿਆਖਿਆ ਨਹੀਂ ਕੀਤੀ ਜਾਂਦੀ।
ਜਾਂ ਪ੍ਰਕਾਸ਼ ਸੰਬੰਧੀ ਗ੍ਰੰਥ ਨਹੀਂ ਪੜ੍ਹੇ ਸੁਣੇ ਜਾਂ ਵਿਚਾਰੇ ਜਾਂਦੇ, ਉੱਥੇ ਤਾਂ ਦੀਪਕ ਜਗਾਉਣਾ ਪੈਂਦਾ। ਦੀਪਕ, ਉੱਥੇ ਦੀਪਕ ਜਗਾਉਣਾ ਪੈਂਦਾ। ਉੱਥੇ ਚਾਨਣ ਦੀ ਵਿਆਖਿਆ ਕੰਮ ਨਹੀਂ ਕਰਦੀ। ਕਬੀਰ ਜੀ ਕਹਿੰਦੇ ਨੇ, ਅੰਧਿਆਰੇ ਦੀਪਕ ਚਾਹੀਏ, ਹਨੇਰੇ ਵਿੱਚ ਤਾਂ ਦੀਪਕ ਚਾਹੀਦਾ ਹੈ। ਇੱਕ ਬਸਤ ਅਗੋਚਰ ਲਹੀਏ, ਫੇਰ ਹੀ ਉਹ ਬਸਤ ਅਗੋਚਰ ਇੰਦਰੀਆਂ ਤੋਂ ਦੂਰ ਵਸਤੂ ਉਹ ਤੁਹਾਨੂੰ ਲੱਭੇਗੀ। ਹਨੇਰੇ ਵਿੱਚ ਬੈਠ ਕੇ ਤੁਸੀਂ ਪ੍ਰਕਾਸ਼ ਦੀ ਵਿਆਖਿਆ ਕਰੀ ਜਾਓ, ਦਲੀਲਾਂ ਦੇਈ ਜਾਓ, ਉਸ ਨਾਲ ਕੋਈ ਹਨੇਰਾ ਥੋੜ੍ਹਾ ਦੂਰ ਹੋਵੇਗਾ। ਉਸ ਨਾਲ ਤੁਹਾਨੂੰ ਹਨੇਰੇ ਵਿੱਚ ਪਈ ਹੋਈ ਵਸਤੂ ਥੋੜ੍ਹਾ ਲੱਭੇਗੀ। ਕਬੀਰ ਜੀ ਕਹਿੰਦੇ ਨੇ, ਬਸਤ ਅਗੋਚਰ ਪਾਈ ਘਟ ਦੀਪਕ ਰਹਾ ਸਮਾਈ। ਜਦੋਂ ਹਨੇਰੇ ਵਿੱਚ ਦੀਪਕ ਦਾ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ, ਵਿਆਖਿਆ ਨਹੀਂ ਕੀਤੀ, ਤੁਸੀਂ ਦੀਵਾ ਜਗਾਇਆ ਹੈ, ਤੇ ਫਿਰ ਉਹ ਦੀਪਕ ਉੱਥੇ ਟਿਕਿਆ ਰਹਿੰਦਾ ਹੈ, ਚਾਨਣ ਹੋਇਆ ਰਹਿੰਦਾ ਹੈ, ਤੇ ਉਹ ਵਸਤੂ ਵੀ ਪ੍ਰਾਪਤ ਹੋ ਜਾਂਦੀ ਹੈ। ਕਬੀਰ ਜੀ ਕਹਿੰਦੇ ਨੇ, ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤਾਂ ਮਨ ਮਾਨਿਆ। ਕਹਿਣ ਲੱਗੇ, ਹੁਣ ਜਾਣਿਆ, ਹੁਣ ਪ੍ਰਮਾਤਮਾ ਨੂੰ ਸਮਝਿਆ। ਵਿਆਖਿਆ ਨਾਲ ਸਮਝ ਨਹੀਂ ਸੀ ਲੱਗਣੀ। ਇਹ ਸਮਝ ਦੀ ਵਸਤੂ ਗੁਰੂ ਸ਼ਬਦ ਦੇ ਚਾਨਣ ਨਾਲ, ਸ਼ਬਦ ਦੀਪਕ ਵਰਤੈ ਤੇ ਹੋਲੋਏ। ਸਤਿਗੁਰ ਸ਼ਬਦ ਉਜਾਰੋ ਦੀਪਾ। ਗੁਰੂ ਦਾ ਸ਼ਬਦ ਦੀਪਕ ਹੈ। ਗੁਰਬਾਣੀ ਵਿੱਚ ਇਸੇ ਕਰਕੇ ਗੁਰੂ ਨੂੰ ਦੀਪਕ ਕਿਹਾ ਹੈ। ਜਦੋਂ ਗੁਰੂ ਸ਼ਬਦ ਦਾ ਦੀਪਕ ਸਾਡੇ ਅੰਦਰ ਅਗਿਆਨਤਾ ਦੇ ਹਨੇਰੇ ਵਿੱਚ ਜਗ ਪਿਆ, ਬਸ ਫੇਰ ਹੀ ਉਹ ਪਰਮਾਤਮਾ ਦਾ ਮਿਲਣ ਹੋਣਾ। ਉਹਦੀ ਵਿਆਖਿਆ ਕੀਤਿਆਂ ਉਹਦਾ ਮਿਲਣ ਨਹੀਂ ਹੋਣਾ। ਰੱਬ ਦੀ ਵਿਆਖਿਆ ਕਰੀ ਜਾਓ, ਇਸ ਨਾਲ ਕੋਈ ਪਰਮਾਤਮਾ ਥੋੜ੍ਹਾ ਮਿਲੇਗਾ, ਇਸ ਨਾਲ ਕੋਈ ਰੱਬ ਮਿਲੇਗਾ ਥੋੜ੍ਹਾ। ਰੱਬ ਤੇ ਸਾਡੇ ਅੰਦਰ ਮੌਜੂਦ ਹੈ, ਲੇਕਿਨ ਹਨੇਰਾ ਹੋਣ ਕਰਕੇ ਉਹਦਾ ਮਿਲਣ ਹੋ ਨਹੀਂ ਰਿਹਾ। ਸਾਹਿਬ ਕਹਿੰਦੇ ਨੇ, ਬਿਨ ਸ਼ਬਦੈ ਅੰਤਰ ਹਨੇਰਾ, ਨਾ ਵਸਤ ਲਹੈ ਨਾ ਚੁੱਕੈ ਫੇਰਾ। ਸਤਿਗੁਰ ਹੱਥ ਕੁੰਜੀ ਹੋਰ ਤੇ ਦਰ ਖੁੱਲ੍ਹੈ ਨਾਹੀ, ਗੁਰ ਪੂਰੈ ਭਾਗ ਮਿਲਾਵਣਿਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਇਸ ਭਾਵ ਨੂੰ ਸਮਝਾਉਂਦੇ ਨੇ। ਜਿਹੜੇ ਸਿਰਫ ਤੇ ਸਿਰਫ ਧਾਰਮਿਕ ਗ੍ਰੰਥਾਂ ਨੂੰ, ਧਾਰਮਿਕ ਪੋਥੀਆਂ ਨੂੰ ਹੀ ਪੜ੍ਹਨ ਵਿੱਚ, ਵਾਚਣ ਵਿੱਚ, ਉਹਨਾਂ ਦੀ ਸ਼ੁਧਾਈ ਕਰਨ ਵਿੱਚ, ਉਹਨਾਂ ਦੇ ਵਿਆਕਰਣ ਦੀ ਉਲਝਣਾ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਸਮਝਾਉਂਦੇ ਨੇ। ਕਹਿੰਦੇ ਨੇ, ਪੰਡਤ ਵਾਚਹਿ ਪੋਥੀਆਂ ਨਾ ਬੁੱਝਹਿ ਵਿਚਾਰ। ਵਾਚਦੇ ਨੇ, ਪੜ੍ਹਦੇ ਨੇ, ਮੱਥਾ ਮਾਰਦੇ ਨੇ, ਮਗਸ਼ ਪਈਆਂ ਕਰਦੇ ਨੇ, ਪਰ ਜਿਹੜੀ ਗੱਲ ਸਮਝਣ ਵਾਲੀ ਉਹ ਸਮਝਦੇ ਨਹੀਂ। ਅਨ ਕੋ ਮੱਤੀ ਦੇ ਚੱਲੇ ਮਾਇਆ ਕਾ ਵਪਾਰ। ਬਸ ਦੂਸਰਿਆਂ ਨੂੰ ਮੱਤਾਂ ਦਿੰਦੇ ਦਿੰਦੇ ਚਲੇ ਗਏ। ਐਵੇਂ ਮਾਇਆ ਦਾ ਹੀ ਵਪਾਰ ਸੀ, ਐਵੇਂ ਪੇਟ ਪੂਰਤੀ ਦਾ ਇੱਕ ਸਾਧਨ ਸੀ, ਹੋਰ ਕੁਛ ਵੀ ਨਹੀਂ ਸੀ। ਹਜ਼ੂਰ ਕਹਿੰਦੇ ਨੇ, ਕਥਨੀ ਝੂਠੀ ਜਗ ਭਵੈ ਰਹਿਣੀ ਸ਼ਬਦ ਸੁਸਾਰ। ਸਾਰਾ ਸੰਸਾਰ ਝੂਠੀ ਕਥਨੀ ਦੇ ਵਿੱਚ ਭਟਕਦਾ ਫਿਰਦਾ। ਜਿਹੜੇ ਝੂਠੀ ਕਥਨੀ ਕਰਦੇ ਨੇ ਉਹ ਵੀ, ਜਿਹੜੇ ਝੂਠੀ ਕਥਨੀ ਸੁਣਦੇ ਨੇ ਉਹ ਵੀ, ਇਹ ਸਭ ਝੂਠੀਆਂ ਕਥਨੀਆਂ ਦੇ ਵਿੱਚ ਫਸੇ ਹੋਏ ਨੇ। ਤਤ ਸਾਰ ਤੋਂ ਬਿਲਕੁਲ ਕੋਰੇ ਹਾਂ। ਮਹਾਰਾਜ ਕਹਿੰਦੇ ਨੇ, ਭਾਈ ਅਸਲੀ ਤੇ ਜੋ ਗੁਰੂ ਸ਼ਬਦ ਦਾ ਦੀਪਕ ਹੈ, ਗੁਰਬਾਣੀ ਦਾ ਦੀਪਕ ਹੈ, ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਜਿੰਨਾ ਚਿਰ ਗੁਰਬਾਣੀ ਦਾ ਚਾਨਣ ਸਾਡੇ ਨੇ ਅੰਦਰ ਨਹੀਂ ਹੁੰਦਾ, ਜਿੰਨਾ ਚਿਰ ਗੁਰੂ ਸ਼ਬਦ ਦਾ ਉਹ ਉਜਾਰੋ ਦੀਪਾ ਸਾਡੇ ਅੰਦਰ ਨਹੀਂ ਉਜਾਲਾ ਕਰਦਾ, ਉਹਨਾਂ ਚਿਰ ਸਾਨੂੰ ਉਹ ਨਾਮ ਦੀ ਵਸਤੂ, ਉਹ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਨਹੀਂ ਆ ਸਕਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਦੇ ਸ਼ਲੋਕ ਵਿੱਚ ਇਹੀ ਸਮਝਾਉਂਦੇ ਨੇ। ਕਹਿੰਦੇ ਨੇ ਕਿ ਹੇ ਪੰਡਤ, ਉਸ ਪਰਮਾਤਮਾ ਦੀ ਵਿਆਖਿਆ ਕਰਨ ਵਾਸਤੇ, ਉਸ ਪਰਮਾਤਮਾ ਦੀ ਸਿਰਫ ਤੇ ਸਿਰਫ ਅੱਖਰੀ ਵਿਆਖਿਆ ਕਰਨ ਵਾਸਤੇ ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਹੈ ਸਾਥ ਲੱਦੀਆਂ ਹੈ, ਲੱਦੀਆਂ ਜਾਣ। ਪੜ੍ਹੀਆਂ ਹੋਈਆਂ ਪੁਸਤਕਾਂ ਨਾਲ ਗੱਡੀਆਂ ਭਰੀਆਂ ਜਾਣ, ਭਰੀਆਂ ਹੈ ਭਰ ਲੈ ਜਾਣ ਸਾਥ ਢੇਰ, ਭਰੀਆਂ ਹੈ ਸਾਥ ਢੇਰਾਂ ਦੇ ਢੇਰ ਲਾਏ ਜਾ ਸਕਣ। ਭਾਵ
ਹਜ਼ੂਰ ਕਹਿੰਦੇ ਨੇ ਜੇ ਇਤਨੀਆਂ ਪੋਥੀਆਂ ਪੜ੍ਹ ਲਈਏ ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ, ਭਾਵ ਇੰਨੇ ਕੁ ਗ੍ਰੰਥ ਪੜ੍ਹ ਲਈਏ ਕਿ ਮਾਨੋ ਗੱਡੇ ਲੱਦ ਲਈਏ, ਜਾਂ ਮਾਨੋ ਪੜ੍ਹ ਕੇ ਗ੍ਰੰਥ ਪੁਰਾਣੇ ਹੋ ਜਾਣ, ਸਾਰੇ ਮੂੰਹ ਜ਼ਬਾਨੀ ਯਾਦ ਹੋ ਜਾਣ, ਹੁਣ ਲੋੜ ਨਹੀਂ ਪੜ੍ਹਨ ਦੀ, ਤੇ ਟੋਏ ਭਰ ਦਈਏ, ਇੰਨੇ ਗ੍ਰੰਥ ਪੜ੍ਹ ਲੈ ਜਾਣ। ਇੱਥੇ ਬਸ ਨਹੀਂ, ਪੜ੍ਹ ਬੇੜੀ ਪਾਈਏ, ਪੜ੍ਹ ਗੱਡੀਆਂ ਹੈ ਖਾਤ, ਬੇੜੀ ਪਾਈਏ। ਪੜ੍ਹੀਆਂ ਹੋਈਆਂ ਪੋਥੀਆਂ ਨਾਲ ਇੱਕ ਬੇੜੀ ਭਰੀ ਜਾ ਸਕੇ, ਗੱਡੀਆਂ ਗੱਡੇ ਜਾ ਸਕਣ, ਪੂਰੇ ਜਾ ਸਕਣ, ਖਾਤ ਟੋਏ ਖਾਤੇ। ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ ਜਿਨ੍ਹਾਂ ਨਾਲ ਇੱਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ, ਭਾਵ ਕਈ ਮਾਨੋ ਟੋਏ ਭਰ ਲੈ ਜਾਣ। ਹਜ਼ੂਰ ਕਹਿੰਦੇ ਨੇ ਇੱਥੇ ਬਸ ਨਹੀਂ, ਪੜ੍ਹੀ ਹੈ ਜੇਤੇ ਬਰਸ ਬਰਸ, ਪੜ੍ਹੀ ਹੈ ਜੇਤੇ ਮਾਸ, ਜੇਤੇ ਬਰਸ ਜਿਤਨੇ ਸਾਲ ਹਨ, ਕਈ ਸਾਲ ਪੜ੍ਹੀ ਹੈ, ਜੇਤੇ ਬਰਸ ਬਰਸ ਕਈ ਸਾਲਾਂ ਦੇ ਸਾਲ ਪੜ੍ਹ ਕੇ ਗੁਜ਼ਾਰੇ ਜਾ ਸਕਣ, ਮਾਸ ਮਹੀਨੇ, ਜੇਤੇ ਮਾਸ ਜਿਤਨੇ ਵੀ ਮਹੀਨੇ ਹਨ। ਸਾਹਿਬ ਕਹਿੰਦੇ ਨੇ ਜੇ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਕੇ ਸਾਲ ਦੇ ਸਾਰੇ ਮਹੀਨੇ ਬਿਤਾ ਦਿੱਤੇ ਜਾਣ, ਭਾਵ ਪੜ੍ਹੀ ਜਾਈਏ, ਹਰ ਸਮੇਂ ਪੜ੍ਹੀ ਜਾਈਏ। ਪੜ੍ਹੀਏ ਜੇਤੀ ਆਰਜਾ, ਪੜ੍ਹੀ ਹੈ ਜੇਤੇ ਸਾਸ, ਪੜ੍ਹੀਏ ਪੜ੍ਹ ਕੇ ਬਿਤਾਈ ਜਾਏ, ਜੇਤੀ ਆਰਜਾ ਜਿੰਨੀ ਉਮਰ ਹੈ ਸਾਸ ਸਵਾਸ। ਹਜ਼ੂਰ ਕਹਿੰਦੇ ਨੇ ਜੇ ਪੁਸਤਕਾਂ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਕੇ ਉਮਰ ਦੇ ਸਾਰੇ ਸਵਾਸ ਬਿਤਾਏ ਜਾਣ, ਤਾਂ ਵੀ ਰੱਬ ਦੀ ਦਰਗਾਹ ਵਿੱਚ ਇਸ ਵਿੱਚੋਂ ਕੁਝ ਵੀ ਪ੍ਰਵਾਨ ਨਹੀਂ ਹੁੰਦਾ। ਮਹਾਰਾਜ ਨੇ ਹੁਣ ਤੱਤ ਦੀ ਗੱਲ ਸਾਨੂੰ ਸਮਝਾਈ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਇੰਨੀ ਵਿਆਖਿਆ ਕਰਕੇ, ਇੰਨਾ ਅਖਰੀ ਗਿਆਨ ਘੋਟ ਕੇ ਭਾਈ ਉਸ ਪਰਮਾਤਮਾ ਨੂੰ ਅਸੀਂ ਖੁਸ਼ ਨਹੀਂ ਕਰ ਸਕਦੇ, ਉਸ ਪਰਮਾਤਮਾ ਦੀ ਖੁਸ਼ੀ ਨਹੀਂ ਹਾਸਲ ਕਰ ਸਕਦੇ, ਉਸ ਪਰਮਾਤਮਾ ਦਾ ਮਿਲਣ ਹਾਸਲ ਨਹੀਂ ਕਰ ਸਕਦੇ। ਤੇ ਮਹਾਰਾਜ ਕੀ ਕਹਿੰਦੇ ਨੇ ਆਖਰੀ ਤੁਕ ਵਿੱਚ, ਨਾਨਕ ਲੇਖੈ ਇੱਕ ਗੱਲ, ਹੋਰ ਹੋਮੈ ਝਖਣਾ ਝਾਕ। ਲੇਖੇ ਵਿੱਚ, ਪ੍ਰਵਾਨਗੀ ਵਿੱਚ ਇੱਕ ਗੱਲ, ਇੱਕ ਰੱਬ ਦੀ ਗੱਲ, ਇੱਕ ਦੀ ਸਿਫਤ ਸਲਾਹ, ਹੋਰ ਯਤਨ, ਝਖਣਾ ਝਾਕ ਭਾਵ ਝਾਕ ਝਖਣਾ, ਝੱਖਾਂ ਮਾਰਨੀਆਂ। ਹਜ਼ੂਰ ਕਹਿੰਦੇ ਨੇ ਹੇ ਨਾਨਕ, ਪ੍ਰਭੂ ਦੀ ਦਰਗਾਹ ਵਿੱਚ ਕੇਵਲ ਪ੍ਰਭੂ ਦੀ ਸਿਫਤ ਸਲਾਹ ਕਬੂਲ ਪੈਂਦੀ ਹੈ। ਨਾਨਕ ਲੇਖੈ ਇੱਕ ਗੱਲ, ਇੱਕ ਰੱਬੀ ਸਿਫਤੋ ਸਲਾਹ, ਇੱਕ ਰੱਬੀ ਗੁਣ, ਉਹੀ ਸਿਰਫ ਤੇ ਸਿਰਫ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਚੜ੍ਹਦੇ ਨੇ। ਹੋਰ ਹੋਮੈ ਝਖਣਾ ਝਾਕ, ਪ੍ਰਭੂ ਦੀ ਵਡਿਆਈ ਤੋਂ ਬਿਨਾਂ ਕੋਈ ਹੋਰ ਉਦਮ ਕਰਨਾ ਆਪਣੀ ਹੋਮੇ ਦੇ ਵਿੱਚ ਹੀ ਭਟਕਦੇ ਫਿਰਨਾ ਹੈ। ਭਾਵ ਜੇ ਅਸੀਂ ਸਿਰਫ ਉਸ ਦੀ ਵਿਆਖਿਆ ਦੇ ਵਿੱਚ ਹੀ ਫਸ ਗਏ ਤਾਂ ਉਹ ਇੱਕ ਹੋਮੇ ਦਾ ਹੀ ਜਾਲ ਹੋਵੇਗਾ, ਹੋਮੇ ਦੀ ਹੀ ਉਪਜ ਹੋਵੇਗੀ, ਇਸ ਤੋਂ ਵੱਧ ਕੇ ਕੁਝ ਵੀ ਨਹੀਂ ਹੋਵੇਗਾ। ਜਿੰਨਾ ਚਿਰ ਅਸੀਂ ਉਸ ਪਰਮੇਸ਼ਰ ਦੀ ਸਿਫਤੋ ਸਲਾਹ ਦੇ ਵਿੱਚ ਗੁਣੋਦ ਨਹੀਂ ਹੁੰਦੇ, ਜਿੰਨਾ ਚਿਰ ਅਸੀਂ ਆਪਣਾ ਜੀਵਨ ਗੁਣਾਨਾਤਮਿਕ ਨਹੀਂ ਬਣਾਉਂਦੇ, ਜਿੰਨਾ ਚਿਰ ਅਸੀਂ ਉਸ ਰੱਬੀ ਭੈ ਭਾਵਨੀ ਵਿੱਚ ਨਹੀਂ ਰਹਿੰਦੇ, ਜਿੰਨਾ ਚਿਰ ਅਸੀਂ ਉਸ ਰੱਬੀ ਯਾਦ ਵਿੱਚ ਨਹੀਂ ਜੁੜਦੇ, ਅਸੀਂ ਉਸ ਪਰਮ ਰਸ ਨੂੰ ਨਹੀਂ ਪੀ ਸਕਦੇ। ਇਹ ਅਖਰੀ ਗਿਆਨ ਤੇ ਦਿਮਾਗ ਦਾ ਇੱਕ ਬੋਝ ਹੈ, ਇਹ ਅਖਰੀ ਗਿਆਨ ਤੇ ਇੱਕ ਦਿਮਾਗ ਦਾ ਭਾਰ ਹੈ। ਮਹਾਰਾਜ ਕਹਿੰਦੇ ਨੇ ਸੁਣ ਗੰਢਣ ਗੰਢੀਏ, ਲੇਖ ਪੜ੍ਹ ਬੁੱਝੈ ਭਾਰ। ਸੁਣ ਕੇ ਪ੍ਰਸੰਗ ਜੋੜ ਲੈ, ਲਿਖ ਲੈ, ਪੜ੍ਹ ਲੈ, ਵਿਚਾਰ ਲੈ। ਕੀ ਹੈ? ਦਿਮਾਗ ਦਾ ਭਾਰ। ਇੱਕ ਸਿਰ ਦਾ ਭਾਰ ਹੁੰਦਾ, ਇਹ ਅੱਖਰ ਸਾਡੇ ਦਿਮਾਗ ਦਾ ਭਾਰ, ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ। ਸੁਣ ਗੰਢਣ ਗੰਢੀਏ, ਲੇਖ ਪੜ੍ਹ ਬੁੱਝੈ ਭਾਰ। ਤ੍ਰਿਸ਼ਨਾ ਅਹਨਸ ਰਗਲੀ, ਹੋਮੈ ਰੋਗ ਵਿਕਾਰ। ਤ੍ਰਿਸ਼ਨਾ ਵਧੇਗੀ, ਹੋਮੇ ਦਾ ਰੋਗ ਵਧੇਗਾ, ਵਿਕਾਰ ਵਧੇਗਾ। ਮੈਂ ਵਿਦਵਾਨ ਹਾਂ, ਮੈਂ ਇੰਨੇ ਗ੍ਰੰਥ ਪੜ੍ਹੇ ਹੋਏ ਨੇ, ਮੈਨੂੰ ਇੰਨੇ ਗ੍ਰੰਥ ਮੂੰਹ ਜਵਾਨੀ ਯਾਦ ਨੇ। ਸਾਡੇ ਧਰਮ ਦੀ ਦੁਨੀਆ ਦੇ ਵਿੱਚ ਵੀ ਮੈਨੂੰ ਇੰਨੀਆਂ ਬਾਣੀਆਂ ਯਾਦ ਨੇ। ਮੈਂ ਇੱਕ ਸ਼ਬਦ ਦੇ ਕਈ ਅਰਥ ਕਰ ਸਕਦਾ ਹਾਂ, ਜਾਂ
ਮੈਂ ਇੰਨੀ ਬਾਣੀ ਪੜ੍ਹਦਾ ਹਾਂ ਜਾਂ ਮੈਂ ਇੰਨੇ ਗ੍ਰੰਥ ਵਾਚੇ ਹੋਏ ਨੇ, ਮੈਂ ਇੰਨੇ ਗ੍ਰੰਥਾਂ ਦੀ ਵਿਆਖਿਆ ਕਰ ਸਕਦਾ ਹਾਂ। ਇਸ ਨਾਲ ਕੀ ਫਰਕ ਪੈਣਾ ਹੈ? ਜਿੰਨੀ ਮਰਜ਼ੀ ਉਸ ਦੀ ਵਿਆਖਿਆ ਕਰੀ ਜਾਓ, ਜਿੰਨੇ ਮਰਜ਼ੀ ਵਿਆਕਰਣ ਦੇ ਨੁਕਤੇ ਕੱਢੀ ਜਾਓ, ਜਿੰਨੀਆਂ ਮਰਜ਼ੀ ਸਿਹਾਰੀਆਂ ਔਂਕੜਾਂ ਦਲੈਂਕੜਾਂ ਨੂੰ ਸਮਝੀ ਜਾਓ, ਜਿੰਨਾ ਮਰਜ਼ੀ ਪਦ ਛੇਦ ਕਰੀ ਜਾਓ, ਜਿੰਨਾ ਮਰਜ਼ੀ ਅਨਵੇ ਕਰੀ ਜਾਓ, ਇਸ ਨਾਲ ਕੋਈ ਫਰਕ ਪੈਣ ਵਾਲਾ ਨਹੀਂ। ਇਹ ਤੇ ਸਭ ਹਉਮੈ ਦੀਆਂ ਚਖਣਾਂ ਨੇ, ਇਹ ਤਾਂ ਹਉਮੈ ਦੀਆਂ ਚੱਖਾਂ ਨੇ, ਇਸ ਤੋਂ ਵੱਧ ਕੇ ਕੁਛ ਵੀ ਨਹੀਂ ਹੈ। ਅਸਲੀ ਤੇ ਗੱਲ ਹੈ ਜੋ ਉਸ ਰੱਬੀ ਸਿਫਤੋ ਸਲਾਹ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣਾ ਹੈ, ਉਸ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣਾ ਹੈ, ਉਸ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣਾ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਬੜਾ ਸੁੰਦਰ ਬਚਨ ਸਾਨੂੰ ਬਖਸ਼ਿਸ਼ ਕੀਤਾ ਹੈ, ਜੋ ਇਹ ਸਾਰੀ ਵਿਆਖਿਆ ਦਾ ਤੱਤ ਸਾਰ ਹੈ। ਹਜ਼ੂਰ ਕਹਿੰਦੇ ਨੇ, ਪੰਡਤ ਜੋਤ ਕੀ ਸਭ ਪੜ੍ਹ ਪੜ੍ਹ ਕੂਕਦੇ, ਕਿਸ ਪੈ ਕਰਹਿ ਪੁਕਾਰਾ ਰਾਮ, ਮਾਇਆ ਮੋਹ ਅੰਤਰ ਮੜ ਲਾਗੈ, ਮਾਇਆ ਕੇ ਵਾਪਾਰਾ ਰਾਮ। ਮਾਇਆ ਕੇ ਵਾਪਾਰਾ ਜਗਤ ਪਿਆਰਾ, ਆਵਣ ਜਾਣ ਦੁਖ ਪਾਈ, ਬਿਖ ਕਾ ਕੀੜਾ ਬਿਖਸਿਓ ਲਾਗਾ, ਬਿਸ਼ਟਾ ਮਾਹੇ ਸਮਾਈ। ਜੋ ਧੁਰ ਲਿਖਿਆ ਸੋਏ ਕਮਾਵੈ, ਕੋਈ ਨਾ ਮੇਟਣ ਹਾਰਾ, ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ, ਹੋਰ ਮੂਰਖ ਕੂਕ ਮੋਏ ਗਾਵਾਰਾ। ਸਤਿਗੁਰੂ ਕਹਿੰਦੇ ਨੇ, ਭਾਈ ਪਰਮ ਸੁਖ ਪਰਮ ਆਨੰਦ ਤੇ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜਿਆ ਹੈ, ਉਸ ਰੱਬੀ ਸਿਫਤੋ ਸਲਾਹ ਦੇ ਵਿੱਚ ਜੁੜਿਆ ਹੈ। ਬਾਕੀ ਤੇ ਐਵੇਂ ਕੂਕਾਂ ਨੇ, ਬਾਕੀ ਤੇ ਐਵੇਂ ਪੁਕਾਰਾਂ ਨੇ, ਬਾਕੀ ਤੇ ਐਵੇਂ ਮਾਇਆ ਦਾ ਵਪਾਰ ਹੈ, ਬਾਕੀ ਤੇ ਐਵੇਂ ਪੇਟ ਪੂਰਤੀ ਦਾ ਸਾਧਨ ਹੈ। ਇਸ ਤੋਂ ਵੱਧ ਕੇ ਕੁਛ ਵੀ ਨਹੀਂ ਹੈ। ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਪਹਿਲੇ ਸ਼ਲੋਕ ਦੇ ਵਿੱਚ ਸਾਨੂੰ ਇਹੀ ਸਮਝਾਇਆ ਕਿ ਸੱਜਣੋ, ਪਰਮਾਤਮਾ ਕੋਈ ਵਿਆਖਿਆ ਨਾਲ ਨਹੀਂ ਮਿਲਦਾ। ਪਰਮਾਤਮਾ ਦੀ ਵਿਆਖਿਆ ਕਰਨ ਵਾਸਤੇ ਤੁਸੀਂ ਗ੍ਰੰਥਾਂ ਨਾਲ ਬਖਸ਼ ਪਾਈ ਕਰਦੇ ਹੋ, ਮੱਥੇ ਮਾਰਦੇ ਹੋ, ਇਸ ਨਾਲ ਕੁਛ ਵੀ ਬਣਨ ਵਾਲਾ ਨਹੀਂ ਹੈ। ਬਸ ਉਸ ਦੀ ਸਿਫਤੋ ਸਲਾਹ ਵਿੱਚ ਜੁੜ ਜਾਓ, ਉਸ ਦੇ ਨਾਮ ਦੇ ਵਿੱਚ ਜੁੜ ਜਾਓ, ਉਹ ਰੱਬੀ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲਓ। ਬਸ ਇਹੀ ਉਸ ਦੇ ਦਰ ਤੇ ਪ੍ਰਵਾਨ ਚੜ੍ਹਨਾ ਹੈ। ਬਾਕੀ ਤਾਂ ਐਵੇਂ ਹਉਮੈ ਦੀਆਂ ਚੱਖਾਂ ਨੇ, ਇਸ ਤੋਂ ਵੱਧ ਕੇ ਕੁਛ ਵੀ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।